ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਸਵਾਲ ਨਾਲ ਅਕਸਰ ਪੁੱਛਿਆ ਜਾਂਦਾ ਕਿ ਜਿਹੜਾ ਖਾਲਸਾ ਪੰਥ ਆ, ਸੋ ਜਿਹੜੇ ਨਿਹੰਗ ਸਿੰਘ ਆ, ਗੁਰੂ ਮਹਾਰਾਜ ਦੀ ਫੌਜ ਆ, ਸੋ ਇਹ ਸੰਸਾਰੀ ਰਾਜ ਨੂੰ ਕਹਿੰਦੇ ਆ ਵੀ ਸਾਨੂੰ ਸੰਸਾਰੀ ਰਾਜ ਨਹੀਂ ਚਾਹੀਦਾ, ਸਾਨੂੰ ਅਬਨਾਸੀ ਰਾਜ ਚਾਹੀਦਾ ਤੇ ਸਾਨੂੰ ਸੰਸਾਰੀ ਰਾਜ ਦੀ ਨਹੀਂ ਭੁੱਖ ਹੈਗੀ। ਵੀ ਖਾਲਸਾ ਆ ਜਿਹੜਾ ਸੋ ਅਬਨਾਸੀ ਰਾਜ ਦੀ ਹਮੇਸ਼ਾ ਗੱਲ ਕਰਦਾ ਹਨਾ। ਸੋ ਇੱਥੇ ਸਵਾਲ ਇਹ ਪੈਦਾ ਹੁੰਦਾ ਆ ਕਿ ਅਬਨਾਸੀ ਰਾਜ ਹੈ ਕੀ ਆ। ਸੋ ਉਹਦਾ ਜਵਾਬ ਆਪਾਂ ਅੱਜ ਦੇਵਾਂਗੇ। ਸੋ ਇਸ ਚੀਜ਼ ਨੂੰ ਸਮਝਣ ਦੇ ਲਈ ਨਾ ਆਪਾਂ ਨੂੰ ਸਾਰਿਆਂ ਨਾਲੋਂ ਪ੍ਰਥਮ ਇਹ ਪਤਾ ਕਰਨਾ ਪੈਣਾ ਕਿ ਮਹਾਰਾਜ ਨੇ ਪੰਥ ਕਿਉਂ ਸਾਜਿਆ, ਵੀ ਆਪਾਂ ਸਾਡਾ ਆਹ ਸਰੂਪ ਕਿਉਂ, ਆਪਾਂ ਸ਼ਸਤਰ ਬਸਤਰ ਕਿਉਂ ਰੱਖਦੇ ਆ। ਕਹਿਣ ਦਾ ਮਤਲਬ ਇਹ ਸਾਰਾ ਕੁਝ ਇਹਦੀ ਹਿਸਟਰੀ 'ਚ ਜਾਣਾ ਪੈਣਾ। ਮਹਾਰਾਜ ਬਾਣੀ ਦੇ ਵਿੱਚ ਬਚਨ ਕਰਦੇ ਆ ਕਿ ਯਾ ਯੁੱਗ ਮੈਂ ਇੱਕ ਹੈ ਕੋ ਆਇਆ। ਸਾਨੂੰ ਜਿਹੜਾ ਇਹ ਮਨੁੱਖਾ ਸਰੀਰ ਮਿਲਿਆ ਨਾ, ਇਹ ਇੱਕ ਅਸੀਂ ਜਿਹੜੀ ਜੋਤ ਸੀ, ਸਾਡੀ ਜੋਤ ਆ ਜਿਹੜੀ ਉਹ ਪਰਮੇਸ਼ਰ ਦੇ ਨਾਲੋਂ ਵੱਖ ਹੋ ਗਈ ਆ। ਸੋ ਉਹ ਜੋਤ ਆ ਜਿਹੜੀ ਅਸੀਂ ਫਿਰ ਬੈਕ ਆਪਣੇ ਉਸ ਸੱਚਖੰਡ ਦੀ ਅਵਸਥਾ ਦੇ ਵਿੱਚ ਜਾਣਾ। ਸੋ ਇਸ ਕਰਕੇ ਹੀ ਉਹਨਾਂ ਨੇ ਸਾਨੂੰ ਮਾਇਆ ਦੇ ਵਿੱਚ ਭੇਜਤਾ, ਮਾਇਆ ਭਾਵ ਇਸ ਦੁਨੀਆ ਦੇ ਉੱਤੇ ਭੇਜਤਾ ਮਾਇਆ ਤੋਂ ਵੱਖ ਹੋਣ ਦੇ ਲਈ। ਸੋ ਇੱਕ ਡਿਵੀਜ਼ਨ ਤਾਂ ਹੋ ਗਈ ਇਹ ਸਾਡੀ ਜੋਤ ਦੀ। ਹੁਣ ਇੱਕ ਡਿਵੀਜ਼ਨ ਹੋਈ ਆ ਇਸ ਸ੍ਰਿਸ਼ਟੀ ਦੀ, ਵੀ ਜਦੋਂ ਅਰਬ ਨਰਬ ਧੁੰਦੂਕਾਰਾ ਤਰਨਾ ਗਗਨ ਹੁਕਮ ਪਾਰਾ, ਜਿਹੜੀ ਆ ਸ੍ਰਿਸ਼ਟੀ ਸਾਜੀ ਆ ਨਾ ਮਹਾਰਾਜ ਨੇ, ਸੋ ਇਹ ਸਾਜੀ ਹੀ ਉਸ ਜੋਤ ਦੇ ਕਰਕੇ ਆ ਜਿਹੜੀ ਕਿ ਇੱਕ ਪਰਮੇਸ਼ਰ ਦੇ ਨਾਲੋਂ ਵੱਖ ਹੋ ਗਈ ਸੀ, ਜਿਹੜੀ ਆਤਮਾ ਪਰਮਾਤਮਾ ਨਾਲੋਂ ਵੱਖ ਹੋ ਕੇ। ਸੋ ਉਹਦਾ ਇਦਾਂ ਹੀ ਉਹਨਾਂ ਨੇ ਸ਼ਰਤ ਰੱਖੀ ਕਿ ਜੇ ਤੂੰ ਫਿਰ ਸੱਚਖੰਡ ਤਾਂ ਹੀ ਆ ਸਕਦਾ ਕਿ ਤੂੰ ਜਨਮ ਲੈ ਕੇ 84 ਲੱਖ ਜੂਨਾਂ ਦਾ ਜਨਮ ਲੈ ਕੇ ਜਦੋਂ ਮਨੁੱਖਾ ਜਨਮ ਹੋਊਗਾ, ਸੋ ਆਪਣੇ ਬ੍ਰਹਮ ਗਿਆਨ ਲੈ ਕੇ ਭਾਣੇ ਦੇ ਵਿੱਚ ਚੱਲ ਕੇ ਜਿਹੜਾ ਇੱਕ ਭਰਮ ਸੀ ਉਹ ਦੂਰ ਕਰਕੇ ਫਿਰ ਤੇਰੀ ਇਹ ਸ਼ਰਤਾਂ ਭਰਮ ਨੂੰ ਦੂਰ ਤੇਰਾ ਹੋ ਗਿਆ, ਫਿਰ ਤੇਰੀ ਬੈਕ ਐਂਟਰੀ ਆ ਸੱਚਖੰਡ ਦੇ ਵਿੱਚ। ਜਿਹੜੀ ਉਹ ਧਰਤੀ ਹੀ ਉਹ ਧਰਤੀ ਸਾਜ ਦਿੱਤੀ ਆ ਮਹਾਰਾਜ ਨੇ, ਉਹ ਵੀ ਇੱਕ ਜਿਹੜੀ ਤੱਤਾਂ ਦੇ ਨਾਲ ਉਸ ਧਰਤੀ ਸਾਜੀ ਆ। ਸੋ ਉਸੇ ਤੱਤਾਂ ਦੇ ਨਾਲ ਸਰੀਰ ਸਾਜਿਆ ਗਿਆ, ਜਿਹਨੂੰ ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜਿਆ ਸੋ ਪਾਵੇ। ਜਿਹੜਾ ਆਪਣਾ ਮਨੁੱਖਾ ਸਰੀਰ ਆ, ਸੋ ਵੀ ਇਹ 5 ਤੱਤਾਂ ਦਾ ਬਣਿਆ ਆ। ਜਦੋਂ ਐਟ ਦੀ ਐਂਡ ਆਫ ਜਿਹੜੀ ਚੀਜ਼ ਹੋਣੀ ਆ ਉਹ ਇਦਾਂ ਹੋਣੀ ਆ, ਪਵਨ ਹੈ ਮੈਂ ਪਵਨ ਸਮਾਇਆ, ਜਿਹੜੀ ਮਤਲਬ ਜਿੰਨਾ 5 ਆਹ ਸਰੀਰ ਆ ਆਪਣੇ ਜਿਹੜੀ ਆ ਕੁਦਰਤ ਆ, ਜਿੰਨਾ ਵੀ ਆ ਸ੍ਰਿਸ਼ਟੀ ਆ, ਸੋ ਇਹਨੇ ਫਿਰ ਪਵਨ ਤੋਂ ਆਈ ਸੀ, ਪਵਨ ਦੇ ਵਿੱਚ ਹੀ ਫਿਰ ਸਮਾ ਜਾਣਾ ਹਨਾ। ਸੋ ਜਿਹੜੀ ਦੂਜੀ ਡਿਵੀਜ਼ਨ ਆ ਉਹ ਜੋਤੀ ਮੈਂ ਜੋਤ ਰਲ ਜਾਇਆ, ਜਿਹੜੀ ਸਾਡੀ ਆ ਜੋਤ ਆ, ਜਿਹੜੀ ਆਪਣੀ ਆਤਮਾ ਇਹ ਪਰਮਾਤਮਾ ਦੇ ਵਿੱਚ ਰਲ ਜਾਣੀ ਆ ਹਨਾ। ਸੋ ਜਿਹੜੀ ਤੀਜੀ ਡਿਵੀਜ਼ਨ ਸੀ ਮਾਟੀ ਮਾਟੀ ਹੋਈ ਇੱਕ, ਜਿਹੜੀ ਆ ਹੁਣ ਜਿੰਨੀ ਵੀ ਆਪਣਾ ਸਰੀਰ ਆ ਇਹ ਮਿੱਟੀ ਦੇ ਵਿੱਚ ਹੀ ਰਲ ਜਾਣਾ ਆ। ਸੋ ਜਿਹੜੀ ਉਹ ਮਿੱਟੀ ਆ ਉਹ ਫਿਰ ਉਹ 5 ਤੱਤਾਂ ਦੇ ਵਿੱਚ ਜਿੱਥੋਂ ਆਈ ਸੀ, ਪਵਨ ਦੇ ਵਿੱਚੋਂ ਆਈ ਸੀ, ਉੱਥੇ ਜਾ ਕੇ ਐਂਡ ਹੋ ਜਾਣਾ ਇਸ ਚੀਜ਼ ਦਾ। ਸੋ ਬੇਸਿਕਲੀ ਇਦਾਂ ਆ, ਜਿਹੜੀ ਆਪਣਾ ਇੱਥੇ ਮੇਨ ਕਾਰਜ ਆ ਨਾ, ਉਹ ਕਾਰਜ ਇੱਕੋ ਹੀ ਕਾਰਜ ਆ ਵੀ ਯਾ ਯੁੱਗ ਮੈਂ ਇੱਕ ਹੈ ਕੋ ਆਇਆ ਹੀ ਪਰਮੇਸ਼ਰ ਦੇ ਵਿੱਚ ਫਿਰ ਤੋਂ ਹੀ ਵਿਲੀਨ ਹੋਣਾ, ਜਿਹਨੂੰ ਕਹਿੰਦੇ ਆ ਨਾਨਕ ਲੀਨ ਭਇਓ ਗੋਬਿੰਦ ਸਿਓ, ਜੋ ਪਾਣੀ ਸੰਗ ਪਾਣੀ ਵੀ ਇਦਾਂ ਵਿਲੀਨ ਹੋ ਜਾਣਾ ਉਸ ਦੇ ਵਿੱਚ, ਇਦਾਂ ਉਹਦੇ ਵਿੱਚ ਲੀਨ ਹੋਣਾ ਕਿ ਜਿੱਦਾਂ ਪਾਣੀ ਦੇ ਵਿੱਚ ਪਾਣੀ ਆ। ਹੁਣ ਭਾਵ ਕਿ ਜਿਹੋ ਜਿਹੇ ਗੁਣ ਪਰਮੇਸ਼ਰ ਦੇ ਆ, ਓਂਕਾਰ ਸਤਨਾਮ ਕਰਤਾ ਪੁਰਖ, ਇਹੋ ਜਿਹੇ ਗੁਣ ਹੀ ਜੋ ਤੱਕ ਆਪਣੇ ਵਿੱਚ ਨਹੀਂ ਆਉਂਦੇ ਆਪਾਂ ਪਰਮੇਸ਼ਰ ਦੀ ਵਿੱਚ ਫਿਰ ਨਹੀਂ ਰਲ ਸਕਦੇ। ਨਾਨਕ ਮਹਾਰਾਜ ਦਾ ਸਮਾਂ ਆਇਆ, ਉਹਨਾਂ ਨੇ ਬਾਣੀ ਪ੍ਰਗਟ ਕੀਤੀ। ਜਿੰਨੇ ਪਹਿਲਾਂ ਭਗਤਾਂ ਦੀ ਬਾਣੀ ਸੀ, ਕਬੀਰ ਸਾਹਿਬ ਵਰਗਿਆਂ ਦੀ, ਰਵਿਦਾਸ ਮਹਾਰਾਜ ਵਰਗੀ, ਸੋ ਇਹਨਾਂ ਦੀ ਜਿੰਨੀ ਵੀ ਸੀ ਬਾਣੀ ਇਕੱਠੀ ਕਰਕੇ ਸਾਰੀ ਉਹਨਾਂ ਨੇ ਇੱਕ ਗ੍ਰੰਥ ਦੇ ਵਿੱਚ ਦਰਜ ਕਰਤੀ। ਸੋ ਹੁਣ ਉਸ ਬਾਣੀ ਦੇ ਵਿੱਚ ਕੀ ਲਿਖਿਆ, ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਰਵਿਦਾਸ ਮਹਾਰਾਜ ਦਾ ਸ਼ਬਦ ਆਉਂਦਾ। ਸਭ ਤੋਂ ਵਧੀਆ ਐਗਜ਼ਾਮਪਲ ਭਗਤ ਰਵਿਦਾਸ ਮਹਾਰਾਜ ਜੀ ਦਿੰਦੇ ਆ ਅਬਨਾਸੀ ਰਾਜ ਦੀ, ਕਿਉਂ ਉਹਨਾਂ ਨੇ ਉਹ ਅਕਸਰ ਹੀ ਬੇਗਮਪੁਰਾ ਨਾਮ ਸ਼ਬਦ ਵਰਤਦੇ ਹੁੰਦੇ ਸੀ। ਸੋ ਉਹਨਾਂ ਨੂੰ ਜਦੋਂ ਪੁੱਛਿਆ ਵੀ ਬੇਗਮਪੁਰਾ ਹੈ ਕੀ ਆ, ਸੋ ਉਹਨਾਂ ਨੇ ਆਪਣੇ ਸ਼ਬਦ, ਉਹਨਾਂ ਦਾ ਰਵਿਦਾਸ ਮਹਾਰਾਜ ਦਾ ਸ਼ਬਦ ਆ ਬੇਗਮਪੁਰਾ ਸ਼ਹਿਰ ਕੋ ਨਾਓ। ਬੇਗਮਪੁਰਾ ਦਾ ਭਾਵ ਇਦਾਂ ਰੱਖਿਆ ਵੀ ਉਹ ਸ਼ਹਿਰ ਦਾ ਨਾਮ ਆ ਜਿੱਥੇ ਮੈਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਗਮ ਨਹੀਂ ਹੈਗਾ। ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਅੰਦੋ ਨਹੀਂ ਤੇ ਠਾਓ, ਵੀ ਤੇ ਠਾਓ ਦਾ ਭਾਵ ਕਿ ਉਸ ਜਗ੍ਹਾ ਨਾ ਹੀ ਕਿਸੇ ਤਰ੍ਹਾਂ ਦਾ ਦੁੱਖ ਆ ਤੇ ਨਾ ਹੀ ਕਿਸੇ ਵੀ ਤਰ੍ਹਾਂ ਦੀ ਕੋਈ ਚਿੰਤਾ ਆ। ਹੁਣ ਜੇ ਤਾਂ ਇਸ ਸੰਸਾਰ ਦੇ ਵਿੱਚ ਆਪਾਂ ਕੋਈ ਗੱਲ ਕਰੀਏ, ਇੱਥੇ ਸੰਸਾਰ ਇਦਾਂ ਨਹੀਂ ਹੋ ਸਕਦਾ ਵੀ ਕਿਸੇ ਚੀਜ਼ ਦਾ ਦੁੱਖ ਨਾ ਹੋਵੇ ਤੇ ਨਾ ਹੀ ਕਿਸੇ ਗੱਲ ਦੀ ਚਿੰਤਾ ਹੋਵੇ ਹੈ। ਸੋ ਇਸੇ ਕਰਕੇ ਹੀ ਮਹਾਰਾਜ ਨੇ ਕਿਹਾ ਨਾਨਕ ਦੁਖੀਆ ਸਭ ਸੰਸਾਰ, ਤੇ ਉਹ ਗੱਲ ਹੀ ਉਹਨਾਂ ਦੀ ਸੋਚ ਹੀ ਉਸ ਸੱਚਖੰਡ ਦੇ ਤੱਕ ਦੀ ਸੀ। ਸੋ ਤਾਂ ਉਹਨਾਂ ਨੇ ਇਹ ਚੀਜ਼ਾਂ, ਇਹ ਨਾਮ ਵਰਤੇ ਆ। ਦੁੱਖ ਤੋਂ ਨਹੀਂ ਦਾ ਨਾ ਤਸਵੀਸ ਖਿਰਾਜ ਨਾ ਮਾਲ, ਕਿਉਂ ਕਹਿੰਦੇ ਨਾ ਤਸਵੀਸ ਖਿਰਾਜ ਨਾ ਮਾਲ, ਭਾਵ ਕਿ ਉੱਥੇ ਨਾ ਹੀ ਕਿਸੇ ਤਰ੍ਹਾਂ ਦੀ ਟੈਨਸ਼ਨ ਆ, ਚਿੰਤਾ ਆ, ਨਾ ਹੀ ਕਿਸੇ ਤਰ੍ਹਾਂ ਦਾ ਕੋਈ ਟੈਕਸ ਦੇਣਾ ਪੈਂਦਾ, ਤੇ ਨਾ ਹੀ ਉਸੇ ਕਿਸੇ ਮਾਇਆ ਦੀ ਜਾਂ ਮਾਇਆ ਕਮਾਉਣ ਦੀ ਇਹੋ ਜਿਹੀ ਕੋਈ ਘਬਰਾਹਟ ਜਾਂ ਚਿੰਤਾ ਨਹੀਂ ਹੈਗੀ। ਸੋ ਇਹ ਸਾਰੀਆਂ ਚੀਜ਼ਾਂ ਤੋਂ ਹੀ ਨਿਰਲੇਪ ਪੰਥ ਖਾਲਸਾ ਇੱਥੇ ਆ। ਨਾ ਹੀ ਪੰਥ ਖਾਲਸਾ ਕਰਮ ਕਾਂਡਾਂ ਦੇ ਵਿੱਚ ਵਿਸ਼ਵਾਸ ਰੱਖਦਾ, ਨਾ ਹੀ ਪੰਥ ਖਾਲਸਾ ਪਾਪ ਪੁੰਨ ਦੇ ਵਿੱਚ ਵਿਸ਼ਵਾਸ ਰੱਖਦਾ, ਨਾ ਹੀ ਪੰਥ ਖਾਲਸਾ ਸਵਰਗ ਨਰਕ, ਨਾ ਹੀ ਪੰਥ ਖਾਲਸਾ ਕਿਸੇ ਵੀ ਤਰ੍ਹਾਂ ਦਾ ਸੁੱਖ ਦੁੱਖ ਦੇ ਉੱਤੇ ਤੋਂ ਉੱਪਰ ਲੈ ਕੇ ਨਿਰਲੇਪ ਰਹਿੰਦਾ। ਸੋ ਨਾ ਹੀ ਪੰਥ ਖਾਲਸਾ ਉੱਤੇ ਕਿਸੇ ਤਰ੍ਹਾਂ ਦਾ ਟੋਲ ਟੈਕਸ ਦਿੰਦਾ ਅੱਜ ਤੱਕ ਵੀ। ਸੋ
ਇੱਥੋਂ ਇਸ ਚੀਜ਼ ਦਾ ਪਤਾ ਲੱਗਦਾ ਆ ਵੀ ਇਸੇ ਕਰਕੇ ਹੀ ਜਿਹੜਾ ਵੀ ਮਹਾਰਾਜ ਦੀ ਫੌਜ ਆ ਨਿਹੰਗ ਸਿੰਘ ਆ ਸੋ ਗੁਰਬਾਣੀ ਦੇ ਅਨੁਸਾਰ ਚੱਲਣ ਕਰਕੇ ਸੋ ਉਹ ਇਸ ਸੰਸਾਰ ਨੂੰ ਤੇ ਸੰਸਾਰੀ ਰਾਜ ਨੂੰ ਤੇ ਸੰਸਾਰੀ ਹੀ ਰਿਸ਼ਤਿਆਂ ਨੂੰ ਮਿੱਟੀ ਬਰਾਬਰ ਜਾਣਦੇ ਆ। ਸੋ ਸਵਾਲ ਇਹ ਪੈਦਾ ਹੁੰਦਾ ਆ ਵੀ ਰਾਜ ਕਰਨ ਦੀ ਇੱਛਾ ਖਾਲਸੇ ਦੇ ਵਿੱਚ ਕਦੋਂ ਆਈ ਆ, ਸੋ ਇਸ ਇੱਛਾ ਦਾ ਨੁਕਸਾਨ ਫਾਇਦਾ ਕੀ ਕਦੋਂ ਕੀ ਹੋਇਆ। ਸਭ ਤੋਂ ਪਹਿਲਾਂ ਇੱਛਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਵਿੱਚ ਆਈ ਆ, ਕਿਉਂਕਿ ਉਹਨਾਂ ਮਹਾਰਾਜ ਤੋਂ ਪਹਿਲਾਂ ਚਾਹੇ ਕਬੀਰ ਸਾਹਿਬ ਦੇ ਵੇਲੇ ਵੇਖ ਲਈਏ ਉਦੋਂ ਵੀ ਉਹਨਾਂ ਨੇ ਕਿਸੇ ਵੀ ਰਾਜ ਕਰਨ ਦੀ ਇੱਛਾ ਕਿਤੇ ਨਹੀਂ ਉਹਨਾਂ ਨੇ ਕੀ ਵੀ ਮੇਰਾ ਰਾਜ ਹੋਵੇ ਸੰਸਾਰ ਦੇ ਉੱਤੇ। ਨਾ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਇਸ ਚੀਜ਼ ਦੀ ਇੱਛਾ ਕਿਤੇ ਨਹੀਂ ਕੀਤੀ। ਜੇ ਗੁਰੂ ਹਰਗੋਬਿੰਦ ਮਹਾਰਾਜ ਨੇ ਜੰਗਾਂ ਲੜੀਆਂ ਸੋ ਉਹਨਾਂ ਨੇ ਬਾਗੀ ਹੋ ਕੇ ਲੜੀਆਂ ਆ, ਤਖਤ ਬਾਗੀ ਹੋ ਕੇ ਬਣਾਇਆ, ਪਰ ਉਹਨਾਂ ਨੇ ਰਾਜ ਕਰਨ ਦੀ ਇੱਛਾ ਕਿਤੇ ਨਹੀਂ ਕੀਤੀ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੇ ਰਾਜ ਕਰਨਾ ਹੁੰਦਾ ਸੋ ਉਹਨਾਂ ਨੇ ਆਪਣੇ ਜੰਗ ਦੇ ਵਿੱਚ ਤਾਰਾਜਮ ਨੂੰ ਮਾਰ ਕੇ ਰਾਜ ਆਪ ਕਰ ਸਕਦੇ ਸੀ, ਪਰ ਉਹਨਾਂ ਨੇ ਰਾਜ ਸੀ ਬਹਾਦਰ ਸ਼ਾਹ ਨੂੰ ਦਵਾਇਆ। ਪਹਿਲਾ ਇੱਛਾ ਇਹ ਪ੍ਰਗਟ ਹੋਈ ਸੀ ਬੰਦੇ ਬਹਾਦਰ ਦੇ ਮਨ ਦੇ ਵਿੱਚ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਵੀ ਕੀਤਾ ਸੀ ਵੀ ਕਿ ਤੂੰ ਸਾਰੀ ਰਾਜ ਦੀ ਇੱਛਾ ਨਹੀਂ ਕਰਨੀ, ਕਿਤੇ ਰਾਜ ਨਹੀਂ ਕਰਨਾ। ਇਸ ਚੀਜ਼ ਦਾ ਪ੍ਰੂਫ ਸਾਡੇ ਕੋਲ ਬਹੁਤ ਥਾਂ ਦੇ ਉੱਤੇ ਆ, ਰਿਟਨ ਪ੍ਰੂਫ ਪਿਆ ਜਾਂ ਜਿੱਥੇ ਮਹਾਰਾਜ ਨੇ ਹੁਕਮ ਕੀਤਾ ਆ। ਸਾਡੇ ਕੋਲ ਪ੍ਰਾਚੀਨ ਗ੍ਰੰਥ ਪੰਥ ਪ੍ਰਕਾਸ਼ ਵੀ ਪਿਆ ਤੇ ਸੋ ਸੂਰਜ ਪ੍ਰਕਾਸ਼ ਦੇ ਵਿੱਚ ਵੀ ਇਹੋ ਜਿਹਾ ਉਸ ਬਚਨ ਦਾ ਜ਼ਿਕਰ ਆਉਂਦਾ। ਸੋ ਸਾਰਿਆਂ ਨਾਲੋਂ ਪਹਿਲਾਂ ਇੱਛਾ ਬੰਦੇ ਬਹਾਦਰ ਨੇ ਇਸ ਚੀਜ਼ ਦੀ ਇੱਛਾ ਕੀਤੀ ਸੀ ਸੰਸਾਰੀ ਰਾਜ ਕਰਨ ਦੀ। ਪਰ ਜਿਹੜਾ ਤੱਤ ਖਾਲਸਾ ਸੀ ਬਾਬਾ ਵਿਨੋਦ ਸਿੰਘ ਹੁਣੀ ਸੀ, ਉਸ ਦੇ ਹੋਰ ਵੀ ਕਾਫੀ ਕਾਰਨਾਂ ਦੇ ਕਰਕੇ ਬੰਦੇ ਬਹਾਦਰ ਦੇ ਨਾਲ ਮਤਭੇਦ ਹੋ ਗਏ ਸੀ। ਸੋ ਉੱਥੋਂ ਖਾਲਸੇ ਨੇ ਉੱਥੋਂ ਚਾਲਾ ਮਾਰ ਲਿਆ ਸੀ। ਸੋ ਬਾਅਦ ਵਿੱਚ ਜਿੰਨਾ ਵੀ ਇਤਿਹਾਸ ਚੱਲਦਾ ਆਉਂਦਾ ਆਪਣੇ ਕੋਲ ਸੋ ਉਹ ਆਪਣੇ ਬਾਬੇ ਵਿਨੋਦ ਸਿੰਘ ਹੁਣਾਂ ਤੋਂ ਚੱਲਦਾ ਆਉਂਦਾ ਆ। ਤੋਂ ਬਾਅਦ ਵਿੱਚ ਵੀ ਜਿੰਨੇ ਵੀ ਮਿਸਲਾਂ ਨੇ ਰਾਜ ਭਾਗ ਕੀਤਾ ਆਪਸ ਦੇ ਵਿੱਚ ਸਿੱਖ ਲੜਦੇ ਰਹੇ। ਰਾਜ ਭਾਗ ਦੇ ਪਿੱਛੇ ਕਦੇ ਕਿਸੇ ਨੇ ਕਿਸੇ ਤੇ ਹਮਲਾ ਕਰਤਾ, ਕਦੇ ਕਿਸੇ ਨੇ ਕਿਸੇ ਤੇ ਹਮਲਾ ਕਰਤਾ। ਸੋ ਜਿਹੜਾ ਅਸਲ ਕੰਮ ਸੀ ਯਾ ਯੁੱਗ ਮੈਂ ਇੱਕ ਕੋ ਆਇਆ ਸੋ ਉਹ ਕਿਸੇ ਨੇ ਉਧਰ ਧਿਆਨ ਨਹੀਂ ਦਿੱਤਾ। ਉਧਰ ਧਿਆਨ ਸਿਰ ਤੋਂ ਸਿਰਫ ਸੀ ਪੰਥ ਖਾਲਸੇ ਦਾ, ਜਿਹੜੇ ਕਿ ਅਕਾਲੀ ਬਾਬਾ ਫੂਲਾ ਸਿੰਘ ਹੁਣੀ ਸੀਗੇ। ਸੋ ਇਹਨਾਂ ਜਿੰਨੇ ਵੀ ਆਪਣੇ ਦਲ ਪੰਥ ਸੀ ਸੋ ਇਹਨਾਂ ਦਾ ਧਿਆਨ ਉਧਰ ਹੀ ਸੀ, ਆਪਣੀ ਸਾਰੀ ਪੰਥ ਦੀ ਮਰਿਆਦਾ ਨੂੰ ਸਾਂਭਦੇ ਸੀ, ਘੋੜੇ ਭਜਾਉਂਦੇ ਸੀ, ਆਪਣੇ ਜਿੰਨੇ ਵੀ ਸ਼ਸਤਰ ਬਸਤਰ ਸੀ ਸੋ ਸਾਰਾ ਬਾਣਾ ਉਹਨਾਂ ਨੇ ਸਾਂਭਿਆ ਰੱਖਿਆ। ਜਦ ਕਿ ਜਿਹੜੇ ਰਾਜ ਕਰਨ ਦੇ ਵੱਲ ਉਧਰਲੇ ਪਾਸੇ ਨੂੰ ਚਲੇ ਗਏ ਸੀ ਉਹਨਾਂ ਨੇ ਬਾਣਾ ਵੀ ਤਿਆਗ ਦਿੱਤਾ, ਬਾਣੀ ਵੀ ਤਿਆਗ ਦਿੱਤੀ। ਸੋ ਉਸ ਤੋਂ ਬਾਅਦ ਸੀ ਬਾਬੇ ਵਿਨੋਦ ਸਿੰਘ ਤੋਂ ਜਿੰਨਾ ਸੀ ਤੱਤ ਖਾਲਸਾ ਸੀ ਉਹ ਚੱਲਦਾ ਅਕਾਲੀ ਬਾਬਾ ਫੂਲਾ ਸਿੰਘ ਤੇ ਗੱਲਬਾਤ ਆ ਜਾਂਦੀ ਆ। ਤੇ ਜਿੰਨੇ ਵੀ ਮਾਇਆ ਦੀ ਇੱਛਾ ਰੱਖਣ ਵਾਲੇ ਸੀ ਉਹ ਮਿਸਲਾਂ ਤੋਂ ਚੱਲਦੇ ਹੁਣ ਗੱਲ ਆ ਜਾਂਦੀ ਆ ਰਣਜੀਤ ਸਿੰਘ ਦੀ। ਸੋ ਉਹਨੇ ਰਾਜ ਕੀਤਾ ਤੇ ਪੂਰਾ ਸਿੱਖਾਂ ਦਾ ਜਿਹਨੂੰ ਰਾਜ ਕਿਹਾ ਜਾਂਦਾ। ਪਰ ਗੱਲ ਆਪਾਂ ਨੂੰ ਇਹ ਚੀਜ਼ ਦੇਖਣੀ ਚਾਹੀਦੀ ਆ ਜਿੰਨੀਆਂ ਵੀ ਗਲਤੀਆਂ ਹੋਈਆਂ ਉਹ ਅਕਾਲੀ ਬਾਬਾ ਫੂਲਾ ਸਿੰਘ ਵਾਲੇ ਤੱਤ ਖਾਲਸੇ ਦੇ ਕੋਲੋਂ ਨਹੀਂ ਕੋਈ ਵੀ ਗਲਤੀ ਹੋਈ, ਕਿਉਂਕਿ ਉਹ ਮਹਾਰਾਜ ਦੇ ਹਿਸਾਬ ਦੇ ਨਾਲ ਚੱਲਦੇ ਸੀ, ਪਰਮੇਸ਼ਰ ਦੇ ਹੁਕਮ ਦੇ ਵਿੱਚ ਚੱਲਦੇ ਸੀ। ਉਹ ਰਣਜੀਤ ਸਿੰਘ ਨੂੰ ਵੀ ਰਾਜਾ ਨਹੀਂ ਮੰਨਦੇ। ਉਹ ਜਿੰਨੇ ਵੀ ਹੁੰਦੇ ਸੀ, ਜਿੰਨੇ ਵੀ ਨਿਹੰਗ ਸਿੰਘ ਹੁੰਦੇ ਸੀ, ਉਹ ਕਿਸੇ ਨੂੰ ਰਾਜਾ ਮਹਾਰਾਜਾ ਆਮ ਲੋਕ ਤਾਂ ਕਹਿੰਦੇ ਹੁੰਦੇ ਸੀ ਪਰ ਉਹ ਕਾਣਾ ਕਹਿੰਦੇ ਹੁੰਦੇ ਸੀ। ਇਸੇ ਕਰਕੇ ਜਿੰਨੇ ਵੀ ਉਹਨਾਂ ਦੇ ਨਿਹੰਗ ਸਿੰਘ ਹੁੰਦੇ ਸੀ ਉਹ ਕਦੇ ਨਾ ਕਦੇ ਸਮੇਂ ਤੇ ਜਾ ਕੇ ਤੋੜ ਭੰਨ ਕਰ ਆਉਂਦੇ ਹੁੰਦੇ ਸੀ। ਇੱਕ ਵਾਰੀ ਇਹੋ ਜਿਹੀ ਗੱਲ ਸੀ, ਅੰਗਰੇਜ਼ ਉਹਦੇ ਕੋਲ ਰਣਜੀਤ ਸਿੰਘ ਦੇ ਕੋਲ ਆਏ ਤੇ ਨਿਹੰਗ ਸਿੰਘ ਸੀ ਜਿੰਨੇ ਵੀ ਫੌਜ ਸੀ ਮਹਾਰਾਜ ਉਹਨਾਂ ਤੋੜ ਭੰਨ ਕੀਤੀ ਥੱਲੇ। ਤੇ ਉਹ ਕਹਿੰਦੇ ਇਹ ਕਿਉਂ ਕਰਦੇ, ਇਹ ਕੌਣ ਆ ਤੇਰੇ ਰਾਜ ਦੇ ਵਿੱਚ ਅੱਦਾ ਕੇ? ਉਹਨੇ ਕਿਹਾ ਵੀ ਰਾਜ ਅਸਲ ਦੇ ਵਿੱਚ ਇਹਨਾਂ ਦਾ ਹੀ ਆ, ਮੈਂ ਤਾਂ ਇਹ ਤਾਂ ਕਰਕੇ ਕਰਦੇ ਆ ਵੀ ਅਸਲ ਦੇ ਵਿੱਚ ਮੈਂ ਆਪਦੇ ਆਪ ਨੂੰ ਰਾਜਾ ਨਾ ਸਮਝ ਲਵਾਂ। ਹੋਈਆਂ ਪੰਥ ਦੇ ਵਿੱਚ ਉਹ ਅਕਾਲੀ ਬਾਬਾ ਫੂਲਾ ਸਿੰਘ ਵਾਲੇ ਤੱਤ ਖਾਲਸੇ ਦੇ ਵਿੱਚ ਨਹੀਂ ਹੋਈਆਂ। ਜਿੰਨਾ ਵੀ ਬੁੱਢਾ ਦਲ ਸੀ, ਨਿਹੰਗ ਸਿੰਘ ਸੀ, ਫੌਜ ਸੀ, ਮਹਾਰਾਜ ਸੀ, ਉਹਨਾਂ ਦੇ ਵਿੱਚ ਨਹੀਂ ਗਲਤੀਆਂ ਹੋਈਆਂ। ਗਲਤੀਆਂ ਕਿੱਥੇ ਹੋਈਆਂ? ਉਹ ਹੋਈਆਂ ਸੰਸਾਰੀ ਰਾਜ ਵੱਲੋਂ। ਚਾਹੇ ਘਰ ਦੇ ਭੇਤੀਆਂ ਨੂੰ ਘਰੇ ਬਾੜਨਾ, ਕਿਉਂਕਿ ਉਹਨਾਂ ਨੇ ਮਹਾਰਾਜ ਦੀ ਬਾਣੀ ਨਹੀਂ ਸੀ ਪੜ੍ਹੀ। ਜੇ ਮਹਾਰਾਜ ਦੀਆਂ ਇਹੋ ਜਿਹੀਆਂ ਬਾਣੀਆਂ ਪੜ੍ਹੀਆਂ ਹੁੰਦੀਆਂ ਤਾਂ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਕਿੱਦਾਂ ਕਿਸੇ ਤੇ ਕਿਵੇਂ ਦਾ ਭਰੋਸਾ ਕਰਨਾ ਚਾਹੀਦਾ। ਸੋ ਘਰ ਦੇ ਭੇਤੀਆਂ ਨੂੰ ਘਰੇ ਬਾੜਿਆ, ਸੰਸਾਰੀ ਰਾਜ ਟੁਕੜਿਆਂ ਦੇ ਪਿੱਛੇ ਆਪਣੇ ਹੀ ਭਰਾਵਾਂ ਦੇ ਉੱਤੇ ਹਮਲੇ ਕਰ ਦਿੱਤੇ ਗਏ। ਚਾਹੇ ਉਹ ਗਲਤੀ ਹੋਵੇ ਵੇਸਵਾ ਨੂੰ ਵਿਆਹਣ ਦੀ, ਚਾਹੇ ਗਲਤੀ ਹੋਵੇ ਦਾੜੀ ਰੰਗਣ ਦੀ। ਸੋ ਇਹੋ ਜਿਹੀਆਂ ਗਲਤੀਆਂ ਉਹ ਸੰਸਾਰੀ ਰਾਜ ਦੇ ਕੋਲੋਂ ਹੀ ਹੋਈਆਂ, ਪੰਥ ਖਾਲਸੇ ਦੇ ਕੋਲੋਂ ਨਹੀਂ ਹੋਈਆਂ। ਸੋ ਇਹ ਚੀਜ਼ਾਂ ਦੇ ਪੰਥ ਖਾਲਸੇ ਨੇ ਹੀ ਉਹਨਾਂ ਨੂੰ ਸਜ਼ਾ ਦਿੱਤੀ ਆ। ਹਰ ਇੱਕ ਸਮੇਂ ਤੋਂ ਲੈ ਕੇ ਪੰਥ ਖਾਲਸਾ ਜਿਹੜਾ ਮਹਾਰਾਜ ਦਾ ਤੱਤ ਖਾਲਸਾ ਸੀ ਉਹ ਸੰਸਾਰੀ ਰਾਜ ਦੇ ਉੱਪਰ ਹੁੰਦਾ ਸੀ। ਅਕਾਲ ਤਖਤ ਸੀ ਜਿਹੜਾ ਉਹ ਸੰਸਾਰੀ ਰਾਜ ਦੇ ਉਹਨਾਂ ਦੇ ਕਬਜ਼ੇ ਦੇ ਵਿੱਚ ਨਹੀਂ ਸੀ। ਉੱਥੇ ਸੰਸਾਰੀ ਗੱਲ ਨਹੀਂ ਸੀ ਹੁੰਦੀ, ਉੱਥੇ ਗੱਲ ਹੁੰਦੀ ਸੀਗੀ ਜਿਹੜਾ ਮਹਾਰਾਜ ਦੇ ਅਬਨਾਸੀ ਰਾਜ। ਸੋ ਇਸੇ ਕਰਕੇ ਹੀ ਮਹਾਰਾਜ ਨੇ ਕਿਹਾ ਸੀ ਵੀ ਜੇ ਤੁਹਾਡੇ ਮਨ ਦੇ ਵਿੱਚ ਰਾਜ ਦੀ ਇੱਛਾ ਆ ਜਾਊਗੀ, ਮਾਇਆ ਦੀ ਭੁੱਖ ਲੱਗ ਜਾਊਗੀ, ਸੋ ਜਿਹੜਾ ਅਸਲ ਕੰਮ ਸੀ ਫਿਰ ਉਹੀ ਵਾਲਾ ਜਿਹਦੇ ਕਰਕੇ ਪੰਥ ਐਡਾ ਸਾਜਿਆ ਯਾ ਯੁੱਗ ਮੈਂ ਇੱਕ ਕੋ ਆਇਆ, ਇਹ ਵਾਲਾ ਤੁਸੀਂ ਕਾਰਜ ਆਪਦਾ ਭੁੱਲ ਜਾਣਾ। ਸੋ ਹੁਣ ਸਵਾਲ ਇਹ ਹੁੰਦਾ ਆ ਵੀ ਮਹਾਰਾਜ ਨੇ ਸ਼ਸਤਰ ਬਸਤਰ ਵੀ ਕਿਉਂ ਧਾਰਨ ਕੀਤੇ ਆ, ਵੀ ਜਿੰਨੇ ਵੀ ਇਹ ਸਵਾਲ ਪੈਦਾ ਹੁੰਦੇ ਆ। ਸਭ ਤੋਂ ਪਹਿਲਾਂ ਇਦਾਂ ਹੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਉਹਨਾਂ ਨੇ ਜਿੰਨੀ ਵੀ ਗੱਲਬਾਤ ਕੀਤੀ ਸੀ ਉਹਨਾਂ ਨੇ ਆਪਦੀ ਵਿਵੇਕ ਬੁੱਧੀ ਜਿਹੜੀ ਆ ਚੰਡੀ ਸੀ ਇਸ ਤਲਵਾਰ ਦੇ ਨਾਲ ਕੀਤੀ ਆ। ਹੁਣ ਜਿੰਨਾ ਸਮਾਂ ਦਾ
ਉਹਨਾਂ ਦੇ ਉੱਤੇ ਕਿਸੇ ਨੇ ਸਰੀਰਕ ਹਮਲਾ ਨਹੀਂ ਕੀਤਾ, ਉਹਨਾਂ ਸਮਾਂ ਉਹਨਾਂ ਨੇ ਆਪ ਦਾ ਸ਼ਸਤਰ ਪ੍ਰਦਰਸ਼ਨ ਨਹੀਂ ਕੀਤਾ। ਜਦੋਂ ਹੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾਇਆ ਸੀ, ਸੋ ਕਿਉਂ ਉਹਦੇ ਪਿੱਛੇ ਵੀ ਕਾਰਨ ਸੀ। ਜਿੰਨੀਆਂ ਵੀ ਮੱਤਾਂ ਸੀ ਉਸ ਟਾਈਮ, ਕਿਉਂਕਿ ਗੁਰੂ ਘਰ ਇਹ ਕਹਿੰਦਾ ਸੀ ਕਿ ਹਿੰਦੂ ਇੰਨਾ ਤੁਰਕੂ ਕਣਾ ਦੋਹੂ ਤੇ ਗਿਆਨੀ ਸਿਆਣਾ, ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਸੀ ਨਾ ਹਮ ਹਿੰਦੂ ਨਾ ਮੁਸਲਮਾਨ। ਸੋ ਇਹੋ ਜਿਹੇ ਜਿਹੜੇ ਜਿਹੜੀ ਵਿਚਾਰਧਾਰਾ ਸਟੈਂਡ ਰੱਖਦੀ ਸੀ, ਸੋ ਉਸ ਵਿਚਾਰ ਸਟੈਂਡ ਰੱਖਣ ਵਾਲੀ ਵਿਚਾਰਧਾਰਾ ਨੂੰ ਉਹਨਾਂ ਨੇ ਜਦ ਦੇਖਿਆ ਕਿ ਅਸੀਂ ਆਪਣੀ ਗੱਲਬਾਤ ਕਰਕੇ ਤਾਂ ਇਸ ਵਿਚਾਰਧਾਰਾ ਨੂੰ ਦਬਾ ਨਹੀਂ ਸਕਦੇ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਹਰ ਇੱਕ ਧਰਮ ਦੇ ਹਰ ਇੱਕ ਮਤ ਨੇ ਵਿਚਾਰ ਚਰਚਾ ਕਰਕੇ ਦੇਖ ਲਈ ਸੀ ਕਿ ਇਹ ਵਿਚਾਰ ਚਰਚਾ ਦੇ ਨਾਲ ਇਹਨੂੰ ਹਰਾਇਆ ਨਹੀਂ ਜਾ ਸਕਦਾ। ਸੋ ਉਹਨਾਂ ਨੇ ਤਲਵਾਰ ਚੱਕ ਲਈ, ਜਬਰੀ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਹੁੰਦੀ ਆ ਤਾਂ ਗੁਰੂ ਹਰਗੋਬਿੰਦ ਮਹਾਰਾਜ ਨੇ ਬਾਹਰਲੀ ਜਿਹੜੀ ਮੀਰੀ ਦੀ ਤਲਵਾਰ ਸੀ, ਸੋ ਉਹਨਾਂ ਨੇ ਧਾਰਨ ਕੀਤੀ। ਫਿਰ ਵੀ ਕਿ ਜੇ ਹੁਣ ਜਦੋਂ ਇਹ ਚੜ ਕੇ ਆਊਗਾ ਕੋਈ ਉਦੋਂ ਇਹਦਾ ਲਿਹਾਜ਼ ਨਹੀਂ ਕਰਨਾ। ਸੋ ਇਸੇ ਕਰਕੇ ਹੀ ਖਾਲਸਾ ਹਮੇਸ਼ਾ ਆਏ ਗਏ ਨੂੰ ਦੇਗ ਤੇ ਸਿਰ ਚੜੇ ਨੂੰ ਤੇਗ, ਇਹ ਵਾਲਾ ਬੋਲਾ ਵਰਤਦਾ। ਕਰਕੇ ਇਹੀ ਪੰਥ ਖਾਲਸਾ ਕਦੇ ਵੀ ਕਿਤੇ ਚੜ ਕੇ ਵਾਰ ਨਹੀਂ ਕਰਦਾ, ਨਾ ਹੀ ਚੜ ਕੇ ਗਿਆ ਕਦੇ। ਸੋ ਜਿੰਨੀ ਵਾਰ ਵੀ ਕੋਈ ਦੁਸ਼ਮਣ ਚੜ ਕੇ ਆਇਆ ਆ, ਸੋ ਉਹਦਾ ਮੁਕਾਬਲਾ ਪੰਥ ਖਾਲਸੇ ਨੇ ਡਟ ਕੇ ਕੀਤਾ ਆ। ਚਾਹੇ ਉਹ ਸਮਾਂ ਗੁਰੂ ਹਰਗੋਬਿੰਦ ਮਹਾਰਾਜ ਦਾ ਹੋਵੇ, ਚਾਹੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਚਾਹੇ ਉਸ ਤੋਂ ਬਾਅਦ ਜਿੰਨੇ ਵੀ ਘੱਲੂ ਘਾਰੇ ਜਾਂ ਹੋਰ ਜਿੰਨੀਆਂ ਵੀ ਜੰਗਾਂ ਹੋਈਆਂ ਉਹਨਾਂ ਦੀ ਗੱਲਬਾਤ ਹੋਵੇ। ਹੁਣ ਸਵਾਲ ਇਹ ਆਉਂਦਾ ਆ ਵੀ ਪੰਥ ਖਾਲਸਾ ਹੁਣ ਇਸ ਟਾਈਮ ਵੀ ਇੱਥੇ ਪੰਥ ਖਾਲਸਾ ਚ ਕਹਿੰਦਾ ਰਾਜ ਆ, ਸੋ ਇੰਨੀਆਂ ਬੇਅਦਬੀਆਂ ਹੁੰਦੀਆਂ, ਉਦੋਂ ਨਿਹੰਗ ਸਿੰਘ ਕਿੱਥੇ ਹੁੰਦੇ ਆ? ਇਹ ਸਵਾਲ ਅਕਸਰ ਲੋਕ ਕਰਦੇ ਆ। ਇੱਕ ਚੀਜ਼ ਆ, ਜਿੱਥੇ ਵੀ ਨਿਹੰਗਾ ਸਿੰਘਾਂ ਦਾ ਪ੍ਰਬੰਧ ਆ, ਨਿਹੰਗ ਸਿੰਘ ਰਹਿੰਦੇ ਆ, ਨਿਹੰਗਾ ਸਿੰਘਾਂ ਦੀ ਛਾਉਣੀਆਂ, ਉੱਥੇ ਇੱਕ ਵੀ ਜਗ੍ਹਾ ਤੇ ਕਿਤੇ ਵੀ ਬੇਅਦਬੀ ਨਹੀਂ ਹੋਈ। ਇੱਕ ਦਿੱਲੀ ਐਗਜ਼ਾਮਪਲ ਮਿਲਦੀ ਆ ਜਿੱਥੇ ਕਿ ਉਹ ਆਇਆ ਸੀ ਭਈਆ, ਸੋ ਆਪ ਤੁਹਾਨੂੰ ਪਤਾ ਸੀ ਜੋ ਚੜ ਕੇ ਆਇਆ, ਸੋ ਪੰਥ ਖਾਲਸੇ ਨੇ ਉਦੋਂ ਕਿਸੇ ਦਾ ਵੀ ਲਿਹਾਜ਼ ਨਹੀਂ ਸੀ ਕਰਨਾ, ਉਹ ਜਿਹੜਾ ਮਰਜ਼ੀ ਹੋਵੇ। ਸੋ ਜਿੰਨੀ ਵਾਰ ਵੀ ਇਹੋ ਜਿਹੇ ਵਰਤਾਰੇ ਹੋਏ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਉਹ ਤੱਤ ਖਾਲਸਾ ਸੀ, ਭਾਵੇਂ ਉਹਨੇ ਸੰਸਾਰੀ ਰਾਜ ਦੀ ਇੱਛਾ ਰੱਖੀ ਚਾਹੇ ਨਾ ਰੱਖੀ, ਪਰ ਉਹ ਹੁਣ ਫਾਇਦਾ ਤਾਂ ਜਿੰਨਾ ਕੁ ਆਪਾਂ ਨੂੰ ਇਹ ਕਹਿੰਦੇ ਆ ਵੀ ਰਾਜ ਦੇ ਵਿੱਚ ਗੁਰਦੁਆਰਾ ਸਾਹਿਬ ਬਣਾਤੇ ਜਾਂ ਗੁਰਧਾਮ ਬਣਾ ਲਏ ਜਾਂ ਇਹ ਹੋ ਗਏ, ਉਹ ਹੁਣ ਜਿੰਨੇ ਵੀ ਗੁਰੂ ਘਰ ਸੀ ਉਹ ਹੁਣ ਵੀ ਉਦਾਂ ਹੀ ਬਣਦੇ ਪਏ ਆ। ਜਿੰਨੀ ਵੀ ਮਾਇਆ ਆ, ਸਾਰੇ ਇੱਕ ਗੁਰਧਾਮਾਂ ਨੂੰ ਬਣਾਉਣ ਦੇ ਉੱਤੇ ਹੀ, ਗੁਰਦੁਆਰਿਆਂ ਨੂੰ ਬਣਾਉਣ ਦੇ ਉੱਤੇ ਹੀ ਲੱਗੀਆਂ ਆ। ਜਦ ਕਿ ਜਿਹੜੀ ਅਸਲ ਵਿਚਾਰਧਾਰਾ ਸੀ ਪੰਥ ਖਾਲਸੇ ਦੀ, ਜਿਹੜਾ ਕਿ ਖਾਲਸਾ ਤੰਬੂਆਂ ਦੇ ਵਿੱਚ ਵੀ ਹੁਣ ਤੱਕ ਸਾਂਭੀ ਫਿਰਦਾ ਆ, ਸੋ ਉਸ ਵਿਚਾਰਧਾਰਾ ਨੂੰ ਆਪਾਂ ਲਾਂਭੇ ਕਰਤਾ, ਉਸ ਸਾਰੀ ਮਰਿਆਦਾ ਨੂੰ ਆਪਾਂ ਲਾਂਭੇ ਕਰਤਾ। ਸਗੋਂ ਉਸ ਮਰਿਆਦਾ ਨੂੰ ਰੱਖਣ ਵਾਲੇ, ਉਸ ਵਿਚਾਰਧਾਰਾ ਤੇ ਚੱਲਣ ਵਾਲਿਆਂ ਨੂੰ ਆਪਾਂ ਨਫ਼ਰਤ ਕਰਨ ਲੱਗ ਪਏ ਆ। ਸੋ ਜੇ ਨੁਕਸਾਨ ਦੀ ਗੱਲ ਕਰੀਏ, ਆਪਾਂ ਨੂੰ ਇਹ ਚੀਜ਼ ਦੇਖਣੀ ਪੈਣੀ ਆ, ਗੁਰੂ ਘਰ ਦੇ ਵਿੱਚ ਮੂਰਤੀਆਂ ਕਦੋਂ ਆਈਆਂ, ਗੁਰੂ ਘਰ ਦੇ ਅਰਥ ਕਦੋਂ ਬਦਲੇ ਗਏ, ਗੁਰੂ ਘਰ ਦੇ ਵਿੱਚ ਮਿਲਾਵਟ ਕਦੋਂ ਕੀਤੀ ਗਈ, ਗੁਰੂ ਘਰ ਦੇ ਵਿੱਚ ਜਿੰਨੀਆਂ ਲਿਖਤਾਂ ਸੀਗੀਆਂ ਪੁਰਾਣੀਆਂ ਉਹ ਸਾਰਿਆਂ ਨਾਲੋਂ ਵੱਧ ਗਾਇਬ ਕਦੋਂ ਕੀਤੀਆਂ ਗਈਆਂ। ਸੋ ਦਸਮ ਮਹਾਰਾਜ ਦੀ ਬਾਣੀ ਨੂੰ ਨਿੰਦਣ ਦਾ ਇਹ ਕਾਰਜ ਆ ਜਿਹੜਾ ਇਹ ਉਸ ਸਮੇਂ ਤੋਂ ਹੀ ਚੱਲਦਾ ਪਿਆ। ਸੋ ਇਹੋ ਜਿਹੀਆਂ ਚੀਜ਼ਾਂ ਜਿੰਨੀਆਂ ਵੀ, ਜਿੱਦਾਂ ਕਿ ਮੂਰਤੀਆਂ ਵਾਲਾ ਸਿਸਟਮ ਹੋ ਗਿਆ, ਸੋ ਇਹੋ ਜਿਹੀਆਂ ਚੀਜ਼ਾਂ ਆਪਾਂ ਨੂੰ ਇਹ ਵਿਚਾਰਨੀਆਂ ਪੈਣੀਆਂ ਕਿ ਇਹ ਪੰਥ ਖਾਲਸੇ ਦੇ ਵਿੱਚ ਦੇ ਰਾਜ ਦੇ ਵਿੱਚ ਨਹੀਂ ਕਦੇ ਵੀ ਆਈਆਂ। ਜਿੰਨਾ ਸਮਾਂ ਬਨਾਸੀ ਰਾਜ ਦੀ ਵਿਚਾਰਧਾਰਾ ਚੱਲਦੀ ਸੀ ਗੁਰਧਾਮਾਂ ਤੇ, ਉਹਨਾਂ ਸਮੇਂ ਨਹੀਂ ਇਹ ਮੂਰਤੀਆਂ ਦਾ ਰਾਜ ਹੋਇਆ। ਪਰ ਉਸ ਤੋਂ ਬਾਅਦ ਵਿੱਚ ਜਦੋਂ ਵੀ ਇਹਨਾਂ ਦਾ ਅਕਾਲੀ ਬਾਬਾ ਫੂਲਾ ਸਿੰਘ ਤੋਂ ਬਾਅਦ ਵਿੱਚ ਜਦੋਂ ਇਹਨਾਂ ਦਾ ਥੋੜਾ ਬਹੁਤਾ ਰਾਜ ਹੋਇਆ, ਇਹਨਾਂ ਦਾ ਬੋਲਬਾਲਾ ਹੋਇਆ, ਆਜ਼ਾਦੀ ਦੇ ਤੋਂ ਪਹਿਲਾਂ ਜਿੰਨੇ ਸ਼੍ਰੋਮਣੀ ਕਮੇਟੀ ਬਣੀ ਆ, ਇਹਨਾਂ ਨੇ ਮਹੰਤਾਂ ਤੋਂ ਆਜ਼ਾਦ ਕਰਵਾ ਕੇ ਉਸ ਰਾਜ ਸੀ ਜਿਹੜਾ ਉਹ ਗੁਰਧਾਮਾਂ ਦੇ ਉੱਤੇ ਜਿੰਨਾ ਵੀ ਪ੍ਰਬੰਧ ਸੀ ਉਹ ਇਹਨਾਂ ਨੇ ਨਿਹੰਗਾ ਸਿੰਘਾਂ ਨੂੰ ਦੇਣ ਦੀ ਬਜਾਏ ਚਰਿੱਤਰ ਖੇਡ ਕੇ ਚਾਬੀਆਂ ਸੀ ਉਹ ਆਪ ਰੱਖ ਲਈਆਂ। ਉਹ ਜਿਹੜੀਆਂ ਚਾਬੀਆਂ ਸੀਗੀਆਂ, ਹੁਣ ਪ੍ਰਬੰਧ ਤਾਂ ਸਾਰਾ ਉਹਨਾਂ ਕੋਲ ਆ। ਹੁਣ ਉਸ ਪ੍ਰਬੰਧ ਦੇ ਹੇਠ ਹੀ ਅਕਾਲ ਤਖਤ ਸਾਹਿਬ ਦੇ ਤੋਂ ਦਸਮ ਮਹਾਰਾਜ ਦਾ ਸਰੂਪ ਬਰਛੇ ਦੇ ਨਾਲ ਥੱਲੇ ਸੁੱਟਿਆ ਗਿਆ। ਸੋ ਇਹ ਜਿੰਨਾ ਸਮਾਂ ਪੰਥ ਖਾਲਸਾ ਉੱਥੇ ਹੀ, ਉਹਨਾਂ ਸਮਾਂ ਕੁਛ ਨਹੀਂ, ਉੱਥੇ ਕੋਈ ਮਾਇਆ ਦਾ ਰੌਲਾ ਨਹੀਂ ਸੀ। ਪਰ ਜਦੋਂ ਹੀ ਰਾਜ ਆਇਆ, ਸੋਨਾ ਵੀ ਦਰਬਾਰ ਸਾਹਿਬ ਤੇ ਉਦੋਂ ਲੱਗਾ, ਮੂਰਤੀਆਂ ਵੀ ਉਦੋਂ ਹੀ ਲੱਗੀਆਂ, ਗੋਲਕ ਦਾ ਸਿਸਟਮ ਵੀ ਉਦੋਂ ਹੀ ਆਇਆ। ਸੋ ਮਾਇਆ ਦੇ ਚੱਕਰ ਦੇ ਵਿੱਚ ਜਿਹੜਾ ਇਹ ਧਰਮ ਸੀ, ਜਿਹੜਾ ਕਿ ਇੱਕ ਕਾਰਜ ਸੀ ਕਿ ਜਾ ਜੁਗ ਮੈਂ ਏਕਿਆ ਕੋ ਆਇਆ, ਸੋ ਉਹ ਕਾਰਜ ਭੁੱਲ ਕੇ ਉਹ ਇਸ ਮਾਇਆ ਦੇ ਝੰਜੜ ਦੇ ਵਿੱਚ ਹੀ ਫਸ ਕੇ ਰਹਿ ਗਏ। ਸੋ ਅੱਗੇ ਦੀ ਅੱਗੇ ਪੰਥ ਖਾਲਸਾ ਫਿਰ ਤੋਂ ਹੁਣ ਤੱਕ ਵੀ ਉਹੀ ਲੀਹ ਦੇ ਉੱਤੇ ਚੱਲਦਾ ਆਉਂਦਾ ਆ। ਸੋ ਜਿਹੜਾ ਬਾਕੀ ਤਬਕਾ ਆ, ਸੋ ਅਣਜਾਣਪੁਣੇ ਦੇ ਵਿੱਚ ਜਾਂ ਕੁਝ ਭੁਲੇਖੇ ਦੇ ਵਿੱਚ ਜਾਂ ਕੁਝ ਜਾਣ ਬੁੱਝ ਕੇ, ਕਿਉਂਕਿ ਇਸ ਭੁਲੇਖੇ ਦੇ ਵਿੱਚ ਕਿਸੇ ਸਮੇਂ ਅਸੀਂ ਵੀ ਹੁੰਦੇ ਸੀ, ਅਸੀਂ ਵੀ ਇਸ ਚੀਜ਼ ਦੇ ਹੱਕ ਦੇ ਵਿੱਚ ਹੁੰਦੇ ਸੀ, ਤੇ ਜਿਹੜੇ ਅਬਨਾਸੀ ਰਾਜ ਸੀ ਪੰਥ ਖਾਲਸਾ ਜੀ, ਸੋ ਅਸੀਂ ਉਹਨਾਂ ਦੀ ਨਿੰਦਿਆ ਕਰਦੇ ਹੁੰਦੇ ਸੀ। ਸੋ ਉਹ ਸਮਾਂ ਜਦੋਂ ਅਸਲ ਖੇਡ ਸਾਨੂੰ ਪਤਾ ਲੱਗੀ ਆ ਤੇ ਸਾਨੂੰ ਹੁਣ ਇਸ ਦਾ ਹਿਸਾਬ ਦਾ, ਸੋ ਉਹੀ ਅਬਨਾਸੀ ਰਾਜ ਦੀ ਵਿਚਾਰਧਾਰਾ ਦੇ ਉੱਤੇ ਪੰਥ ਖਾਲਸਾ ਆ ਜਿਹੜਾ ਨਿਹੰਗ ਸਿੰਘ ਆ, ਮਹਾਰਾਜ ਦੀ
ਲਾਡਲੀ ਫੌਜ ਆ। ਸੋ ਉਸ ਜਿੱਥੇ ਮਰਜ਼ੀ ਰਵੇ ਉਹ ਆਪਣਾ ਇਸੇ ਹੀ ਵਿਚਾਰਧਾਰਾ ਤੇ ਚੱਲਦਾ ਆ। ਉਹ ਬਾਹਰੋਂ ਵੀ ਆਪਣਾ ਤਿਆਰ ਰਹਿੰਦਾ, ਚਾਹੇ ਜਿਸ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ ਤੇ ਆ, ਆਪਣਾ ਰਾਜ ਸਮਝ ਕੇ ਆਪਣਾ ਤਿਆਰ ਰਹਿੰਦਾ ਆ। ਸ਼ਸਤਰ ਬਸਤਰ ਜਿਹੜੇ ਦੁਨੀਆ ਦੇ ਜਿੱਥੇ ਮਰਜ਼ੀ ਆ ਉੱਥੇ ਆਪਣੇ ਸ਼ਸਤਰ ਬਸਤਰ ਤਿਆਰ ਰਹਿੰਦਾ ਆ। ਬਾਣੇ ਦੇ ਵਿੱਚ ਬਾਣਾ ਸਾਂਭਿਆ ਆ, ਬਾਣੀ ਸਾਂਭੀ ਆ। ਸੋ ਸਾਰਿਆਂ ਨਾਲੋਂ ਵੱਡੀ ਖੇਡ ਇਹ ਆ ਬਾਣੀ ਤੇ ਬਾਣੇ ਦੀ। ਪੰਥ ਖਾਲਸੇ ਨੇ ਦੁਨੀਆ ਦੇ ਕਿਤੇ ਵੀ ਕੋਨੇ ਤੇ ਜਾ ਕੇ ਆਪਣਾ ਬਾਣਾ ਨਹੀਂ ਤਿਆਗਿਆ, ਚਾਹੇ ਜਿੰਨੀ ਮਰਜ਼ੀ ਤਗੜੀ ਭੁੱਖ ਸੀ। ਕਿਉਂਕਿ ਸਾਰਿਆਂ ਨਾਲੋਂ ਪਹਿਲਾਂ ਉਦੋਂ ਰਾਜ ਦੇ ਵਿੱਚ ਸ਼ਰਤ ਇਹ ਸੀ ਵੀ ਜੇ ਕੋਈ ਕਹਿੰਦਾ ਸੀ ਮੈਂ ਰਾਜ ਕਰਨਾ, ਸੰਸਾਰੀ ਰਾਜ ਕਰਨਾ, ਉਹਨੂੰ ਕਿਹਾ ਜਾਂਦਾ ਸੀ ਕਿ ਆਪਦਾ ਬਾਣਾ ਤਿਆਗ ਦੇ। ਹੁਣ ਵੀ ਤੁਸੀਂ ਦੇਖੋ ਮਿਸਲਾਂ ਦੇ ਸਰਦਾਰ ਜਾਂ ਉਸ ਸਮੇਂ ਦੇ ਰਾਜੇ ਮਹਾਰਾਜੇ ਸੀ, ਉਹਨਾਂ ਦੇ ਬਾਣੇ ਅਲੱਗ ਆ, ਤੇ ਜਿਹੜੇ ਪੰਥ ਖਾਲਸੇ ਦੇ ਆ ਮਹਾਰਾਜ ਦੇ ਬਾਣੇ ਲੱਭਦੇ ਆ ਜਾਂ ਹੋਰ ਕਿਸੇ ਸਿੰਘਾਂ ਦੇ ਬਾਣੇ ਲੱਭਦੇ ਆ। ਸੋ ਉਹਨਾਂ ਦੇ ਫਰਕ ਆ। ਧਮਾਲੇ ਦਸਤਾਰਾਂ ਕਿੱਦਾਂ ਵੱਖ ਹੋਈਆਂ, ਇਹਦਾ ਬਹੁਤ ਸਿਸਟਮ ਹੈ, ਇਹ ਵਿਚਾਰ ਕਰਨੇ ਵਾਲੀ ਆ। ਇਹ ਇਸ ਹਰ ਇੱਕ ਚੀਜ਼ ਦੇ ਰਿਟਨ ਪ੍ਰੂਫ ਕਿੱਦਾਂ ਕੀ ਚੇਂਜ ਹੋਇਆ ਆ। ਸੋ ਸਾਰਾ ਕੁਝ ਹੀ ਦੇਖਿਆ ਜਾਊਗਾ ਕਿ ਸਾਰਿਆਂ ਨਾਲੋਂ ਪਹਿਲਾਂ ਇਸ ਚੀਜ਼ ਤੇ ਵਿਚਾਰ ਕਰਨ ਦੇ ਲਈ ਵੀ ਕਿੱਦਾਂ ਜਿੰਨਾ ਮਹਾਰਾਜ ਦਾ ਬਾਣਾ ਅਲੱਗ ਹੋਇਆ, ਬਾਣਾ ਬਦਲਿਆ, ਬਾਣੀਆਂ ਦੇ ਉੱਤੇ ਕਿੱਦਾਂ ਕਿੰਤੂ ਕਰਨ ਲੱਗੇ। ਸੋ ਦਸਮ ਮਹਾਰਾਜ ਦਾ ਪ੍ਰਕਾਸ਼ ਅਕਾਲ ਤਖਤ ਸਾਹਿਬ ਸੀ, ਉਦੋਂ ਉਹ ਕਿੱਦਾਂ ਚੱਕਿਆ ਗਿਆ, ਕਿਉਂ ਚੱਕਿਆ ਗਿਆ, ਕੀ ਰੀਜ਼ਨ ਸੀ, ਬਾਣੇ ਕਿੱਦਾਂ ਬਦਲੇ ਗਏ, ਬਾਣੀ ਕਿੱਦਾਂ ਬਦਲੀ ਗਈ, ਧਮਾਲੇ ਕਿੱਦਾਂ ਬਦਲੇ ਗਏ, ਪੱਗਾਂ ਤੇ ਕਿੱਦਾਂ ਆ ਗਏ। ਸੋ ਨੀਲੇ ਨਿਸ਼ਾਨ ਸੀ, ਪੀਲੇ ਕਿੱਦਾਂ ਉਹ ਪਰਿਕਰਮਾ ਦੂਜੇ ਪਾਸੇ ਨੂੰ ਸੀ ਤੇ ਉਦਾਂ ਕਿੱਦਾਂ ਹੋ ਗਈਆਂ। ਸੋ ਇਹ ਬਹੁਤ ਚੀਜ਼ਾਂ ਆ ਜਿਹੜਾ ਇਹਦਾ ਹਿਸਾਬ ਪੰਥ ਖਾਲਸੇ ਨੇ ਪਹਿਲਾਂ ਹੀ ਰੱਖਿਆ ਆ। ਸੋ ਸਮਾਂ ਆਉਣ ਦੇ ਉੱਤੇ ਮਹਾਰਾਜ ਦਾ ਹੁਕਮ ਹੋਊਗਾ ਸੋ ਇਹ ਚੀਜ਼ਾਂ ਜ਼ਰੂਰ ਬਾਹਰ ਆਉਂਗੀਆਂ। ਇਹ ਕਰਕੇ ਹੀ ਆਪਾਂ ਨੂੰ ਹੁਣ ਚਾਹੀਦਾ ਆ ਵੀ ਕਿ ਜੋ ਵੀ ਪੰਥ ਦੀ ਵਿਚਾਰਧਾਰਾ ਸੀ, ਅਸਲ ਵਿਚਾਰਧਾਰਾ ਸੀ, ਜੋ ਅਸਲ ਮਤ ਸੀ, ਆਪਾਂ ਨੂੰ ਬਾਣੇ ਤੇ ਬਾਣੀ ਨੂੰ ਸਾਂਭਣਾ ਚਾਹੀਦਾ ਆ। ਬਾਣੀ ਦੇ ਮੁਤਾਬਕ ਹੀ ਆਪਾਂ ਨੂੰ ਆਪਣੀ ਜ਼ਿੰਦਗੀ ਕੱਢਣੀ ਚਾਹੀਦੀ ਆ। ਸੋ ਜਿਹੜਾ ਪੰਥ ਖਾਲਸੇ ਦਾ ਇੱਕ ਮਹਾਰਾਜ ਬਾਣੀ ਦੇ ਵਿੱਚ ਜ਼ਿਕਰ ਕਰਦੇ ਆ, ਰਾਜ ਨਾ ਚਾਹੂੰ ਮੁਕਤ ਨਾ ਚਾਹੋ ਮਨ ਪ੍ਰੀਤ ਕਮਲ ਚਨਰਾਲੇ, ਵੀ ਮੈਨੂੰ ਨਾ ਤਾਂ ਰਾਜ ਚਾਹੀਦਾ ਸੰਸਾਰੀ ਤੇ ਨਾ ਹੀ ਮੈਨੂੰ ਕੋਈ ਮੁਕਤੀ ਚਾਹੀਦੀ। ਕਿਉਂਕਿ ਜੇ ਮੁਕਤੀ ਦੀ ਇੱਛਾ ਰੱਖ ਕੇ ਆਪਾਂ ਬਾਣੀ ਪੜਾਂਗੇ ਸੋ ਮੁਕਤੀ ਉਹ ਵੀ ਗਲਤ ਆ। ਆਪਾਂ ਨੂੰ ਪ੍ਰੇਮ ਚਾਹੀਦਾ ਮਹਾਰਾਜ ਦੇ ਨਾਲ। ਪ੍ਰੇਮ ਕਿੱਦਾਂ ਹੋਊਗਾ? ਜਦੋਂ ਆਪਾਂ ਮਹਾਰਾਜ ਦੇ ਹੁਕਮ ਦੇ ਵਿੱਚ ਚੱਲਾਂਗੇ, ਸੰਤੋਖ ਦੀ ਅਵਸਥਾ ਪ੍ਰਾਪਤ ਹੋਊਗੀ। ਸੋ ਜਦੋਂ ਇਹੋ ਜਿਹੇ ਆਪਾਂ ਨੂੰ ਕਨਸੈਪਟ ਸਮਝ ਲੱਗ ਜੂਗੇ ਸੋ ਆਪਾਂ ਨੂੰ ਅਸਲ ਖੇਡ ਸਾਰੀ ਸਮਝ ਲੱਗ ਜਾਣੀ ਆ। ਆਖਰ ਦੇ ਵਿੱਚ ਇਹੀ ਚੀਜ਼ ਆਉਂਦੀ ਆ ਵੀ ਜਿਹੜਾ ਪੰਥ ਖਾਲਸਾ ਆ ਉਹ ਜਿੱਦਾਂ ਇਸ ਸਰੀਰ ਨੂੰ ਇੱਕ ਕੱਪੜਾ ਜਾਂ ਮਿੱਟੀ ਦਾ ਸਮਝਦਾ ਆ। ਸੋ ਜਿੱਦਾਂ ਪਹਿਲਾ ਮਰਨ ਕਬੂਲ ਜੀਵਨ ਕੀ ਸਾਡਾ ਆਸ, ਇਸ ਚੀਜ਼ ਨੂੰ ਆਪਦੇ ਜ਼ਿੰਦਗੀ ਦੇ ਵਿੱਚ ਵਸਾ ਕੇ ਇਸ ਚੀਜ਼ ਦੇ ਉੱਤੇ ਚੱਲਦਾ, ਉਦਾਂ ਹੀ ਉਸ ਸੰਸਾਰੀ ਰਾਜ ਨੂੰ ਵੀ ਪੰਥ ਖਾਲਸਾ ਇਦਾਂ ਹੀ ਸਮਝਦਾ ਆ। ਜਿੱਦਾਂ ਮਹਾਰਾਜ ਕਹਿੰਦੇ ਆ ਬਾਰੂ ਕੀ ਪੀ ਜੈਸੇ ਬਸੂ ਦਾ ਕੋਈ ਰਾਜ ਆ ਗਿਆ, ਰੇਤੇ ਦੀ ਕੰਧ 4 ਦਿਨਾਂ ਦੀ ਖੇਡ ਹੁੰਦੀ ਆ। ਸੋ ਆਪਾਂ ਨੂੰ ਬਾਕੀ ਸਾਰੀਆਂ ਚੀਜ਼ਾਂ ਤੋਂ ਧਿਆਨ ਹਟਾ ਕੇ ਜਿਹੜੇ ਆਪਣੇ ਫਰਜ਼ ਆ, ਆਪਾਂ ਜੇ ਗ੍ਰਸਤ ਮਾਰਗ ਤੇ ਚੱਲਦੇ ਆ, ਆਪਾਂ ਨੇ ਆਪਣਾ ਕਾਰਜ ਕਰਕੇ ਕਿਰਤ ਕਰਕੇ ਉਸ ਚੀਜ਼ ਦੇ ਵਿੱਚ ਗੁਲਤਾਨ ਨਹੀਂ ਹੋਣਾ। ਸੋ ਉਸ ਚੀਜ਼ ਆਪਦੇ ਘਰਦਿਆਂ ਨੂੰ, ਆਪਣੀ ਜਿੰਨੇ ਵੀ ਆਲੇ ਦੁਆਲੇ ਵਾਲਿਆਂ ਨੂੰ ਆ ਇਸ ਵਿਚਾਰਧਾਰਾ ਦੇ ਅੰਦਰ ਲਿਜਾ ਕੇ ਸੋ ਆਪਣਾ ਜਿਹੜਾ ਉਹ ਕਾਰਜ ਆ ਯਾ ਯੁੱਗ ਮੈਂ ਇੱਕ ਅੱਗੋਂ ਆਇਆ, ਸੋ ਇਹ ਕਾਰਜ ਦੇ ਉੱਤੇ ਆਪਾਂ ਨੂੰ ਕਦਮ ਵਧਾਉਣੇ ਚਾਹੀਦੇ ਆ। ਇਹੀ ਬੇਨਤੀ ਆ ਕਿ ਅਸਲ ਚੀਜ਼ ਨੂੰ ਪਛਾਣੀਏ। ਤੱਤ ਖਾਲਸਾ ਆ ਜਿਹੜਾ ਪੰਥ ਦਾ, ਉਸ ਨੂੰ ਆਪਾਂ ਨੂੰ ਪਛਾਣੀਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੀ ਵਚਨ ਸੀ, ਕੀ ਆਪਣੇ ਬਾਣੀ ਦੇ ਵਿੱਚ ਪੰਥ ਖਾਲਸੇ ਨੂੰ ਉਹਨਾਂ ਨੇ ਹੁਕਮ ਕੀਤਾ ਆ। ਸੋ ਉਸ ਦੇ ਉੱਤੇ ਆਪਾਂ ਪਹਿਰਾ ਦਈਏ, ਬਾਣੀ ਦੇ ਅਸਲ ਅਰਥਾਂ ਤੋਂ ਆਪਾਂ ਜਾਗਰੂਕ ਹੋਈਏ, ਸ਼ਸਤਰ ਬਸਤਰ ਦੇ ਨਾਲ ਲੈਸ ਰਹੀਏ। ਸੋ ਇੱਥੇ ਹੀ ਸਮਾਪਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।